ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਵੱਲੋਂ ਮਿਲਿਆ ਹੋਇਆ ਆਪੋ ਆਪਣਾ ਸਾਰੀਆਂ ਸੰਗਤਾਂ ਦੇ ਕੋਲ ਤਨ ਵੀ ਹੈ ਤੇ ਮਨ ਵੀ ਹੈ ਤੇ ਉਹਦਾ ਦਿੱਤਾ ਹੋਇਆ ਧਨ ਵੀ ਹੈ। ਧਨ ਮਾਇਆ ਨੂੰ, ਪੈਸਿਆਂ ਨੂੰ ਫਰਮਾਇਆ ਹੈ ਗੁਰਬਾਣੀ ਵਿੱਚ। ਇਹ ਸਾਰਾ ਕੁਝ ਹੀ ਸਤਿਗੁਰਾਂ ਦੇ ਹਵਾਲੇ ਕਰਨਾ ਪੈਂਦਾ ਹੈ, ਤਾਂ ਜਾ ਕੇ ਸਤਿਗੁਰਾਂ ਵੱਲੋਂ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ। ਨਾ ਧਨ ਸਾਡਾ ਆਪਣਾ ਹੈ, ਨਾ ਪਿਆਰਿਓ ਮਨ ਸਾਡਾ ਆਪਣਾ ਹੈ, ਤੇ ਆ ਜਿਹੜਾ ਦੁਨੀਆ ਦਾ ਧਨ ਹੈ ਇਹ ਵੀ ਸਾਡਾ ਆਪਣਾ ਨਹੀਂ। ਕਹਿ ਦਈਦਾ ਹੈ ਕਮਾਈ ਕੀਤੀ ਹੈ, ਮਿਹਨਤ ਕੀਤੀ ਹੈ, ਪਰ ਭਾਗਾਂ ਵਾਲਿਓ ਜੇ ਮਾਲਿਕ ਬਰਕਤ ਨਾ ਪਾਉਂਦੇ, ਜੇ ਵਾਹਿਗੁਰੂ ਉਹ ਪਰਮਾਤਮਾ, ਉਹ ਪਰਮੇਸ਼ਰ ਸਤਿਗੁਰੂ ਬਰਕਤ ਨਾ ਪਾਉਂਦੇ ਤਾਂ ਧਨ ਕਿੱਥੋਂ ਆਉਣਾ ਸੀ। ਸਤਿਗੁਰਾਂ ਦੇ ਹੁਕਮ ਹਨ, ਜਿਸ ਧਨ ਕੋ ਚਾਰ ਕੁੰਟ ਉੱਠ ਧਾਵੈ ਬੰਦਿਆ, ਚਾਰੇ ਪਾਸੇ ਭੱਜਾ ਫਿਰਦਾ ਹੈ ਪੈਸਾ ਇਕੱਠਾ ਕਰਨ ਲਈ, ਧਨ ਇਕੱਠਾ ਕਰਨ ਲਈ। ਸੇਵਾ ਕਰਿਆ ਕਰ ਗੁਰੂ ਦੇ ਘਰ ਦੀ, ਸੋ ਧਨ ਹਰ ਸੇਵਾ ਤੇ ਪਾਵਹਿ, ਤੈਨੂੰ ਉਹ ਧਨ ਮਿਲ ਜਾਵੇਗਾ। ਦੁਨੀਆ ਵਿੱਚ ਰਹਿਣ ਵਾਸਤੇ ਜਿਵੇਂ ਸਵਾਸਾਂ ਦਾ, ਸਾਹਾਂ ਦਾ ਖਰਚਾ ਮਿਲਿਆ ਹੋਇਆ ਹੈ, ਤਾਈਓ ਤੇ ਬੰਦਾ ਜਿਉਂਦਾ ਹੈ। ਇਹ ਖਰਚਾ, ਇਹ ਸਾਹ ਸਤਿਗੁਰਾਂ ਨੇ ਦਿੱਤੇ ਹੋਏ ਹਨ। ਜਿਨ੍ਹਾਂ ਸਾਹਾਂ ਦੇ ਨਾਲ ਇਹ ਬੰਦਾ ਬੰਦੀ ਸਾਰਾ ਦਿਨ ਤੁਰੇ ਫਿਰਦੇ ਹਨ, ਬਿਨਾਂ ਸਾਹਾਂ ਤੋਂ ਕੋਈ ਨਹੀਂ ਪੁੱਛਦਾ ਇਸ ਮਿੱਟੀ ਦੇ ਪੁਤਲੇ ਨੂੰ, ਇਸ ਮਿੱਟੀ ਦੀ ਦੇਹ ਨੂੰ। ਆ ਜਿਹੜਾ ਸਰੀਰ ਹੈ ਮਿੱਟੀ ਦਾ ਭਾਂਡਾ ਹੈ, ਕੋਈ ਨਹੀਂ ਪੁੱਛਦਾ ਇਹਨੂੰ। ਡਰੀਏ ਸਤਿਗੁਰਾਂ ਤੋਂ, ਜੋ ਸਤਿਗੁਰਾਂ ਦੇ ਅੱਜ ਦਾਸ ਨੇ ਗੌੜੀ ਭਗਤ ਰਵਿਦਾਸ ਜੀ, ਉਹਨਾਂ ਦੀ ਪਵਿੱਤਰ ਪਾਵਨ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਲਈ ਹੈ, ਕਿਉਂਕਿ ਉਹ ਉਪਦੇਸ਼ ਬੜਾ ਡਾਢਾ ਹੈ। ਮਨ ਦੀ ਰਹਿਤ ਰੱਖਣੀ ਪੈਂਦੀ ਹੈ, ਮਨ ਨੂੰ ਕੰਟਰੋਲ ਵਿੱਚ ਰੱਖਣਾ ਪੈਂਦਾ ਹੈ, ਤਾਂ ਕੰਨ ਕਾਬੂ ਆਉਂਦੇ ਹਨ, ਨਿੰਦਿਆ ਸੁਣਨ ਤੋਂ ਬਚਦੇ ਹਨ, ਬਚ ਜਾਂਦੇ ਹਨ। ਤਾਂ ਇਹ ਜੀਭ ਕਾਬੂ ਆਉਂਦੀ ਹੈ, ਨਿੰਦਿਆ ਕਰਨ ਤੋਂ ਹਟ ਜਾਂਦੀ ਹੈ। ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਵਾਹਿਗੁਰੂ ਜਪਦੀ ਹੈ। ਬੜੇ ਨਾਮ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ,
ਸੋਹੰ ਸੋ ਜਾਕੋ ਹੈ ਜਾਪ, ਆਪ ਪੜ੍ਹਿਆ ਕਰੋ ਗੁਰਬਾਣੀ, ਬੜਾ ਆਨੰਦ ਆਵੇਗਾ। ਇਹ ਬਾਣੀ ਗੁਰੂ ਰੂਪ ਹੈ। ਜਿੰਨਿਆਂ ਵੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਹੈ, ਮਹੱਲਾ ਪਹਿਲਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਹਨ। ਪਵਿੱਤਰ ਗੁਰਬਾਣੀ ਹੈ, ਮਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੀ ਹੈ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਹੱਲਾ ਦੂਜਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਮਹੱਲਾ ਤੀਜਾ, ਨਾਮ ਜਪੋ ਵਾਹਿਗੁਰੂ ਜੀ ਦਾ, ਸਤਿਨਾਮ ਜੀ ਦਾ, ਅਕਾਲ ਪੁਰਖ ਜੀ ਦਾ, ਪਰਮੇਸ਼ਰ ਜੀ ਦਾ, ਜਿਸ ਨੇ ਮਾਂ ਦੀ ਕੁੱਖ ਦੇ ਵਿੱਚ ਪਾਲਿਆ ਹੈ, ਉਹਦਾ ਨਾਮ ਜਪੋ। ਉਹ ਤਾਂ ਜਪਿਆ ਜਾਵੇਗਾ ਜੇ ਸਤਿਗੁਰਾਂ ਦੇ ਚਰਨ ਪਰਸਾਂਗੇ। ਜਿੰਨੇ ਵੀ ਸਤਿਗੁਰੂ ਹਨ, ਉਹ ਸੱਤ ਨਾਲ ਜੁੜੇ ਹੋਏ ਹਨ, ਟਰੂ ਨਾਲ, ਸੱਚ ਨਾਲ ਜੁੜੇ ਹੋਏ ਹਨ। ਉਹਨਾਂ ਦਾ ਸਾਰਿਆਂ ਨੂੰ ਹੁਕਮ ਹੈ, ਬੋਲੋ ਸੱਚ ਨਾਮ ਕਰਤਾਰ। ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਹਨਾਂ ਦਾ ਨਾਮ ਸਤ ਕਰਤਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਸਤ ਕਰਤਾਰ ਹੀ ਫਰਮਾਇਆ ਕਰਦੇ ਸਨ। ਸਾਰਿਆਂ ਜੀਆਂ ਨੂੰ ਵੀ ਹੁਕਮ ਹੈ, ਬੋਲੋ ਸੱਚ ਨਾਮ ਕਰਤਾਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਮਹੱਲਾ ਪੰਜਵਾਂ ਆਉਂਦਾ ਹੈ, ਮਹੱਲਾ ਚੌਥਾ ਆਉਂਦਾ ਹੈ, ਉਹੀਓ ਜੋਤ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਉਹ ਵੀ ਜੀਵਾਂ ਨੂੰ ਸਾਰਿਆਂ ਨੂੰ ਸਮਝਾਉਂਦੇ ਹਨ। ਜਪ ਮਨ ਸਤਨਾਮ, ਸਦਾ ਸਤਨਾਮ ਪੜ੍ਹਿਆ ਕਰੋ। ਸਤਿਗੁਰਾਂ ਦੇ ਨਾਲ ਜੁੜੇ ਰਿਹਾ ਕਰੋ। ਸਤਿਗੁਰ ਤੇ ਵਿਛੜੇ, ਜਿਹੜੇ ਸਤਿਗੁਰੂ ਜੀ ਤੋਂ ਵਿਛੜ ਗਏ, ਦੋ ਰਾਹ ਹਨ। ਇੱਕ ਸਤਿਗੁਰਾਂ ਵੱਲ ਜਾਂਦਾ ਹੈ, ਸੱਚੇ ਸਤਿਗੁਰਾਂ ਵੱਲ। ਇੱਕ ਪਾਪਾਂ, ਅਪਰਾਧਾਂ, ਵਿਸ਼ਿਆਂ, ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵੱਲ। ਇਹ ਮਨ ਨੇ ਚੁਣਨਾ ਹੈ ਕਿ ਮੈਂ ਕੰਨਾਂ ਨੂੰ ਕਿਸ ਪਾਸੇ ਕਿਉਂ ਜਾ ਸੁਣਨਾ, ਇਹਨਾਂ ਨੂੰ ਸੁਣਨ ਦੇਣਾ ਹੈ। ਇਹ ਮਨ ਨੇ ਸੋਚਣਾ ਹੈ, ਇਹਨਾਂ ਅੱਖਾਂ ਨਾਲ ਮੈਂ ਕੀ ਇਹਨਾਂ ਅੱਖਾਂ ਨੂੰ ਦਿਖਾਉਣਾ ਹੈ। ਇਹ ਮਨ ਦੀ ਡਿਊਟੀ ਹੈ। ਮਾਨਸ ਜਨਮ ਦੇ ਵਿੱਚ ਆ ਜਿਹੜੀ ਹਿਊਮਨ ਬੋਡੀ ਹੈ, ਇਹ ਵਾਹਿਗੁਰੂ ਜੀ ਦੀ, ਅਕਾਲ ਪੁਰਖ ਜੀ ਦੀ, ਪਰਮੇਸ਼ਰ ਜੀ ਦੀ ਕਿਰਪਾ ਨਾਲ ਮਿਲੀ ਹੈ। ਬਾਏ ਦਾ ਗ੍ਰੇਸ ਆਫ ਗੋਡ ਹਿਊਮਨ ਬੀਇੰਗ ਇਜ਼ ਬੋਰਨ। ਐਵੇਂ ਨਹੀਂ ਮਿਲਿਆ ਇਹ ਜਨਮ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ। ਇਹ ਬਾਰ-ਬਾਰ ਨਹੀਂ ਮਿਲਣਾ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ, ਅਵਸਰ ਚੁੱਕਾ ਹੱਥ ਨਾ ਆਵੇ। ਇਹ ਮਾਨਸ ਜਨਮ ਇੱਕ ਵਾਰੀ ਚਲਾ ਗਿਆ, ਮੁੜ ਕੇ ਨਹੀਂ ਲੱਭਣਾ। ਦਾ ਟਾਈਮ ਲੋਸਟ ਕੈਨ ਨਾਟ ਬੀ ਰੀਗੇਨ। ਮਨ ਨੂੰ ਪਿਆਰਿਓ ਕਾਬੂ ਰੱਖਿਆ ਕਰੋ। ਜੇ ਮਨ ਸਤਿਗੁਰਾਂ ਨਾਲ ਹੈ ਤਾਂ ਕੰਨ ਵੀ ਨਿੰਦਿਆ ਨਹੀਂ ਸੁਣਨਗੇ, ਅੱਖਾਂ ਵੀ ਭੈੜਾ ਨਹੀਂ ਤੱਕਣਗੀਆਂ, ਨਾਸਕਾ ਵੀ, ਆ ਨੱਕ ਜਿਹੜਾ ਹੈ, ਇਹ ਵੀ ਗੁਰੂ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ
ਸੱਚ ਦੀ ਵਾਸ਼ਨਾ ਪ੍ਰਾਪਤ ਕਰੇਗਾ, ਸੱਚ ਨਾਲ ਜੁੜੇਗਾ, ਸਤ ਨਾਲ ਜੁੜੇਗਾ, ਸਤਿਗੁਰੂ ਜੀ ਨਾਲ ਜੁੜੇਗਾ, ਆਪਣੇ ਅੰਦਰੋਂ ਵੀ ਸੋਹੰ ਨੂੰ ਪਛਾਣੇਗਾ। ਸੋਹੰ ਆਪ ਪਛਾਣੀ ਹੈ। ਜਦ ਤੱਕ ਇਹਨੂੰ ਆਪਣੇ ਆਪ ਦੀ ਪਛਾਣ ਨਹੀਂ ਆਉਂਦੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਦੀ ਪਛਾਣ ਕਰ, ਤਾਂ ਤੇਰੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ, ਸਤਨਾਮ ਵਾਹਿਗੁਰੂ ਜੀ ਦਾ ਨਾਮ ਟਿਕੇਗਾ, ਸਤਿਗੁਰਾਂ ਦਾ ਨਾਮ ਟਿਕੇਗਾ। ਸਤਿਗੁਰਾਂ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਜਿਹੜਾ ਸਤਿਗੁਰੂ ਜੀ ਦਾ ਨਹੀਂ, ਉਹਨੂੰ ਕਦੀ ਵੀ ਰਾਹ ਨਹੀਂ ਮਿਲ ਸਕਦਾ ਸੱਚ ਦਾ। ਉਹ ਮਨ ਵਾਲੇ ਰਾਹ ਤੇ ਚੱਲਦਾ ਹੈ, ਸਤਿਗੁਰੂ ਦਾ ਦਰ ਛੱਡ ਦਿੰਦਾ ਹੈ, ਸਤਿਗੁਰੂ ਦਾ ਹੁਕਮ ਛੱਡ ਦਿੰਦਾ ਹੈ। ਜੋ ਮਨ ਕਹਿੰਦਾ ਹੈ, ਉਹ ਵਿਸ਼ੇ, ਵਿਕਾਰ, ਐਬਾਂ ਵਿੱਚ, ਪਾਪਾਂ ਅਪਰਾਧਾਂ ਵਿੱਚ ਪੈ ਕੇ ਉਸ ਰਾਹ ਪੈ ਜਾਂਦਾ ਹੈ। ਜ਼ਿੰਦਗੀ ਸਾਰੀ ਫਿਰ ਇਹਨਾਂ ਐਬਾਂ ਵਿੱਚ ਹੀ, ਐਬ ਦੇ ਚਿੱਕੜ ਜਿਹੜੇ ਹਨ, ਐਬ ਤਨ ਚਿੱਕੜੋ, ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਐਬਾਂ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ। ਪਤਾ ਹੀ ਨਹੀਂ ਲੱਗਦਾ ਉਹ ਉਮਰ ਕਿਹੜੇ ਵੇਲੇ ਮੁੱਕ ਗਈ। ਪਤਾ ਹੀ ਨਹੀਂ ਲੱਗਦਾ ਉਮਰ ਕਦੋਂ ਮੁੱਕ ਗਈ, ਕਦੋਂ ਦਿਨ ਜਿਹੜੇ ਮਿਲੇ ਸੀ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ, ਉਹ ਸਮਾਪਤ ਹੋ ਗਏ। ਬੰਦਾ ਭੁੱਲ ਹੀ ਜਾਂਦਾ ਹੈ ਉਸ ਵਾਹਿਗੁਰੂ ਜੀ ਨੂੰ, ਉਸ ਪਰਮੇਸ਼ਰ ਜੀ ਨੂੰ, ਸਤਿਗੁਰੂ ਜੀ ਨੂੰ, ਜਿਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਾਨਸ ਜਨਮ ਦੇ ਕੇ ਦੁਨੀਆ ਦੇ ਵਿੱਚ ਭੇਜਿਆ, ਇਹ ਮਾਨਸ ਦੇਹ ਬਖਸ਼ਿਸ਼ ਕੀਤੀ ਕਿ ਭਾਈ ਜਾ ਕੇ ਨਾਮ ਜਪ, ਦੁਨੀਆ ਵੀ ਦੇਖ ਪਰ ਪਰਮੇਸ਼ਰ ਨੂੰ ਨਾ ਭੁੱਲ ਜਾਵੀਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇ ਪਰਮੇਸ਼ਰ ਨੂੰ ਭੁੱਲ ਜਾਵੇਂਗਾ ਤੇ ਰੋਗ ਹੀ ਰੋਗ ਤੈਨੂੰ ਵਿਆਪਣਗੇ, ਦਿਸਣਗੇ। ਜੋ ਵੀ ਤੇਰੇ ਸੁੱਖ ਹਨ ਉਹ ਰੋਗਾਂ ਵਿੱਚ ਬਦਲ ਜਾਣਗੇ। ਦੁੱਖ ਦਾਰੂ ਸੁੱਖ ਰੋਗ ਭਇਆ, ਨਾਮ ਜਪਿਆ ਕਰ। ਆਓ ਭਗਤ ਰਵਿਦਾਸ ਮਹਾਰਾਜ ਜੀ ਦੇ ਬਚਨ ਪੜ੍ਹੀਏ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਅੰਗ ਹੈ 345, 345। ਗੁਰਬਾਣੀ ਗੁਰੂ ਹੈ। ਜਦੋਂ ਰਵਿਦਾਸ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਪੜ੍ਹਦੇ ਹਾਂ, ਮੱਥਾ ਟੇਕਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਕੋਈ ਗੁਰੂ ਵੀ ਕਹਿ ਦਿੰਦਾ ਹੈ ਗੁਰਬਾਣੀ ਗੁਰੂ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਦੁਨੀਆ ਭਰਮਾਂ ਭੁਲੇਖਿਆਂ ਵਿੱਚ ਪਈ ਰਹਿੰਦੀ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਤਨੀ ਵੀ ਗੁਰਬਾਣੀ ਹੈ ਉਹ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਭਗਤ ਰਵਿਦਾਸ ਜੀ ਨੇ ਜਪਿਆ ਹੈ,
ਉਸ ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ, ਪਰਮਾਤਮਾ ਨੂੰ ਸਾਨੂੰ ਵੀ ਹੁਕਮ ਕੀਤੇ ਹਨ, ਤੁਸੀਂ ਵੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਪਰਮੇਸ਼ਰ ਕਹਿ ਕੇ ਯਾਦ ਕਰ ਰਿਹਾ ਹੈ। ਧਰੂਵ ਦੀ ਮਾਂ ਨੇ ਕਿਹਾ ਸੀ, ਬੱਚਾ ਹੈਗੀ ਤਾਂ ਮੈਂ ਰਾਣੀ ਹਾਂ, ਪਰ ਨਾਮ ਨਹੀਂ ਜਪਿਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਪਰਮੇਸ਼ਰ ਦਾ, ਜਿਸ ਕਰਕੇ ਰਾਣੀ ਹੁੰਦਿਆਂ ਹੋਇਆਂ ਵੀ ਮੈਂ ਗੋਲੀਆਂ ਵਰਗੀ ਹਾਂ। ਬੱਚਾ ਪਰਮੇਸ਼ਰ ਆਰਾਧੀ ਹੈ, ਜਦੋਂ ਹੋਈਏ ਪਤਿਤ ਪੁਨੀਤਾ। ਪਤਿਤ ਤੋਂ ਪੁਨੀਤ ਹੋ ਜਾਈਦਾ ਹੈ, ਇੰਪਿਓਰ ਤੋਂ ਪਿਓਰ ਹੋ ਜਾਈਦਾ ਹੈ ਪਰਮੇਸ਼ਰ ਜੀ ਦਾ ਨਾਮ ਜਪ ਕੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਕਈ ਵਾਰੀ ਸਤਨਾਮ ਕਹਿ ਦੇਈਦਾ ਹੈ, ਮਨ ਨੂੰ ਜਪ ਮਨ ਸਤਨਾਮ, ਸਦਾ ਸਤਨਾਮ। ਵਾਹਿਗੁਰੂ ਵਾਹਿਗੁਰੂ ਜਪਦੇ ਰਹੀਦਾ ਹੈ। ਕਈ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਪਾਠ ਕਰੋ। ਸੋਹੰ ਸੋਹੰ ਵੀ ਜਪਣ ਵਾਲੇ ਬਹੁਤ ਪਵਿੱਤਰ ਹੋ ਕੇ ਜਪਦੇ ਰਹਿੰਦੇ ਹਨ। ਗੁਰਬਾਣੀ ਦਾ, ਗੁਰੂ ਦਾ ਹੁਕਮ ਮੰਨ ਲੈਂਦੇ ਹਨ। ਸੋਹੰ ਸੋ ਜਾ ਕੋ ਹੈ ਜਾਪ। ਸੋਹੰ ਆਪ ਪਛਾਣੀਏ। ਸਾਡੇ ਵਿੱਚ ਹੀ ਹਨ ਉਹ ਅਕਾਲ ਪੁਰਖ ਵਾਹਿਗੁਰੂ ਜੀ, ਸੋਹੰ ਜੀ, ਪਰਮੇਸ਼ਰ ਜੀ, ਸਤਨਾਮ ਜੀ। ਤਾਈਓਂ ਤੇ ਕਹੀਦਾ ਜਪ ਮਨ ਸਤਨਾਮ। ਸੱਚਾ ਨਾਮ ਤੇਰੇ ਅੰਦਰ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀਂ। ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜਾ ਬਾਹਰ ਲੱਭਦਾ ਹੈ ਉਹ ਭਰਮਾਂ ਵਿੱਚ ਪਿਆ ਹੋਇਆ ਹੈ। ਜਿਹੜਾ ਬਾਹਰ ਟੋਲਦਾ ਹੈ। ਜਿਹਨੇ ਵੀ ਲੱਭਿਆ ਹੈ ਸੱਚ ਨੂੰ, ਆਪਣੇ ਅੰਦਰੋਂ ਲੱਭਿਆ ਹੈ, ਮੁਕਤ ਹੋ ਕੇ ਨਿੰਦਾ ਵੱਲੋਂ, ਚੁਗਲੀ ਵੱਲੋਂ, ਵਖੀਲੀ ਵੱਲੋਂ, ਇਹਨਾਂ ਅੱਖਾਂ ਨੂੰ ਰੋਕਣ ਵੱਲੋਂ, ਮਾੜਾ ਰੋਕਣ ਵੱਲੋਂ, ਮਾੜੇ ਪਾਸੇ ਇਹ ਨਾ ਦੇਖਣ, ਕੰਨ ਮਾੜਾ ਨਾ ਸੁਣਨ, ਜੀਭਾ ਮੰਦਾ ਨਾ ਬੋਲੇ। ਇਹ ਜਿੰਨੇ ਵੀ ਅੰਗ ਹਨ, ਹੱਥ ਹਨ, ਪੈਰ ਹਨ, ਇਹ ਸਾਰਾ ਬੰਦਾ ਹੀ ਅਖਵਾਉਂਦੇ ਹਨ। ਆਪਣੇ ਆਪ ਨੂੰ ਮੰਦਾ ਜਾਣਨ। ਮੰਦਾ ਜਾਣੇ ਆਪ ਕੋ, ਅਵਰ ਭਲਾ ਸੰਸਾਰ। ਆਓ ਜੁੜੀਏ। ਰਾਗ ਗੌੜੀ ਰਵਿਦਾਸ ਜੀ ਕੇ ਪਦੇ। ਭਗਤ ਰਵਿਦਾਸ ਮਹਾਰਾਜ ਜੀ ਦੇ ਬਚਨ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਗੁਰਬਾਣੀ ਉਹਨਾਂ ਦੇ ਵਿੱਚ ਹੈ, ਇਸ ਕਰਕੇ ਗੁਰਬਾਣੀ ਗੁਰੂ ਹੈ। ਭਗਤ ਰਵਿਦਾਸ ਜੀ ਨੂੰ ਵੀ ਨਾਲ ਹੀ ਮੱਥਾ ਟੇਕਦੀ ਹੈ ਸਾਧ ਸੰਗਤ। ਔਰ ਗਿਆਨ ਇੰਨਾ ਦਿੱਤਾ ਹੈ, ਇੰਨਾ ਦਿੱਤਾ ਹੈ, ਇੰਨਾ ਦਿੱਤਾ ਹੈ, ਜ਼ਿੰਦਗੀ ਬਦਲ ਜਾਂਦੀ ਹੈ ਬੰਦੇ ਦੀ ਜਦੋਂ ਭਗਤ ਰਵਿਦਾਸ ਜੀ ਦੇ ਸ਼ਬਦ ਗੁਰਬਾਣੀ ਵਿੱਚੋਂ ਜਦੋਂ ਆਉਂਦੇ ਹਨ। ਜਿਹੜੇ ਵੀ ਗੁਰਮੁਖ ਪਿਆਰੇ ਸੁਣਦੇ ਹਨ, ਜ਼ਿੰਦਗੀਆਂ ਬਦਲ ਜਾਂਦੀਆਂ ਹਨ। ਕਹਿ ਰਵਿਦਾਸ ਭਇਓ ਜਬ ਲੇਖੋ। ਜਦੋਂ ਲੇਖੇ ਹੋਣਗੇ, ਹੋਣੇ ਜ਼ਰੂਰ ਨੇ। ਦੁਨੀਆ ਦੇਖ ਨਾ ਭੂਲ। ਦੁਨੀਆ ਦੇਖ ਨਾ ਭੂਲ। ਬੰਦਿਆ ਦੁਨੀਆ ਨੂੰ ਦੇਖ ਕੇ ਨਾ ਭੁੱਲ ਜਾ। ਦੁਨੀਆ ਦੇਖ ਨਾ ਭੂਲ। ਦੁਨੀਆ ਦੇਖ ਨਾ ਭੂਲ। ਸਾਹਿਬ ਲੇਖਾ ਮੰਗਸੀ। ਸਾਹਿਬ ਲੇਖਾ ਮੰਗਸੀ। ਐ ਬੰਦਿਆ ਕਿਉਂ ਭੁੱਲ ਗਿਆ ਹੈ ਦੁਨੀਆ ਨੂੰ ਤੱਕ ਕੇ? ਇਹ ਤਾਂ ਸੁਪਨਾ ਹੈ। ਨਾ ਭੁੱਲ, ਨਾ ਭੁੱਲ। ਸਤਿਗੁਰਾਂ ਵੱਲ ਆ ਜਾ, ਆ ਜਾ ਸਤਿਗੁਰਾਂ ਵੱਲ। ਐ ਮਨਾ ਸਤਿਗੁਰਾਂ ਵੱਲ ਆ ਜਾ। ਸਾਹਿਬ ਨੇ ਲੇਖਾ ਮੰਗ ਲੈਣਾ ਹੈ।
बड़ा ज्ञान बख्शिश कीता है। कह रविदास भयो जब लेखो, आ 100 ਕੁ ਸਾਲ ਜਾਂ ਵੱਧ ਘੱਟ ਜੋ ਜੋ ਉਹਦੇ ਵਿੱਚ ਕੀਤਾ ਹੈ, ਜੋ ਜੋ तीनों सोई सोई देखियो, उदों नाल ना मां ना प्यो ना पुत्र ना धी ना पति ना पत्नी ना महल्ले वाले ना शहर वाले, कोई भी नाल नहीं इस मन दे। ईवन आ जिहड़ी बॉडी है ये भी नाल नहीं, ये भी इत्थे ही रह रू जाती है, जल जुल जाती है, सड़ जाती है, मन कला जाता है। आत्मा तो है ही परमात्मा का रूप। आत्मा ਤਾਂ परमात्मा ਦਾ ਰੂਪ ਹੈ। ਸਾਰੀ ਉਮਰ ਕਹਿੰਦੀ ਰਹਿੰਦੀ ਹੈ ਨਾਮ ਜਪ ਮਨ ਨੂੰ, ਪਰ ਮਨ ਨਹੀਂ ਜਪਦਾ। ਆਤਮ ਮਹਿਰਾਮ, the God is in the soul, the God is in the soul। ਜਦੋਂ ਸਮੇਂ ਮੁੱਕ ਜਾਂਦੇ ਹਨ ਦੁਨੀਆ ਤੋਂ, सोल इज इन द गॉड, ये परमात्मा विच जाके मिल जाती है। मन ने जो ऐशो आराम किया हुंदा है, जो पाप अपराध किए हुंदे हन, मन नूं लेखे देने पैंदे हन। कह रविदास भयो जब लेखो, उदों नाल कोई भी नहीं होवेगा। एक नाम होवेगा जे सत गुरां दे दर ते आके जपिया होवेगा, सतगुरां दी संगत कीती होवेगी। जह मात पिता सुत मीत न भाई, मन उहा नाम तेरे संग सहाय। कह रविदास भयो जब लेखो, जोई जोई कीनो सोई सोई देखियो। पदे हन भगत रविदास जी दे, राग गौड़ी रविदास जी के पदे गौड़ी ग्वारेरी। एक ओंकार सतनाम करता पुरख गुर प्रसाद। सृष्टि दे रचनहार अकाल पुरख वाहिगुरु जी की उस्तत है। वो इको हन, उन्हां दा नाम है एक ओंकार। सतनाम सच्चा नाम है वाहिगुरु जी का, उही हन सारी दुनिया दे करता। वो पुरख हन, इस जग में है पुरख एक है, होर सगली नार सबाई। गुर प्रसाद सतगुरां दी किरपा दे नाल ओ मिलदे हन। मेरी संगत पोच सोच दिन राती, सतगुरु जी दी पवित्र पावन गुरबाणी फरमाउंदी है, मेरी संगत पोच, मेरी संगत बड़ी पोच है, माड़ी है। लोग जोड़े पैरां विच पाउंदे हन, पर नफरत करते हैं। मैं की करा, मेरा मन जुड़ गया है वाहिगुरु जी तुहाडे नाल। मेरी संगत ऐसी है, मेरी कुल दे विच जिन्हां पशुआं दे विचों जान निकल जाती है, उन्हां नूं समेटना पैंदा सी, इकट्ठा करना पैंदा सी। मेरी कुल वो है। मेरा बहना उठना, मेरी संगत इस तरह दी है। मन विच सोच चलती रहती है, किवें भला होवेगा। मालिक मेहर करो। अकाल पुरख परमेश्वर जी वाहिगुरु जी किरपा करो, किवें भला होवेगा। मेरा कर्म कुटलता जन्म को भांति। मेरे कर्म जिहड़े हन, जिवें तुसीं जेहे कर्म कराए करता, जिद्दां दे कर्म तुसीं जीव कोलों कराउंदे हो, उंज जो मेरे कर्मां विच लिखिया है मैं कर रहा हां। दुनिया इस जात तो बड़ी छूत छात मनदी है कि रविदास दी जात नीवी है। मैं की करा, मेरे विच तुसीं वसदे हो। राम गोसैया जी के जीवना, हे राम जी वाहिगुरु जी अकाल पुरख जी,
ਜਿਹੜੀ ਮੇਰੀ ਜਿੰਦ ਹੈ ਉਹਦਾ ਤੁਸੀਂ ਆਸਰਾ ਹੋ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਵਾਹਿਗੁਰੂ ਜੀ ਮੈਨੂੰ ਦਿਲੋਂ ਨਾ ਵਿਸਾਰੋ, ਮੈਂ ਤੁਹਾਡਾ ਜਨ ਹਾਂ, ਸੇਵਕ ਹਾਂ। ਮੇਰੀ ਹਰ ਹੋ ਵਿਪਤ ਜਨ ਕਰ ਹੋ ਸੁਭਾਈ, ਮੇਰੀ ਸੰਗਤ ਐਸੀ ਬਣਾ ਦਿਓ ਮੈਂ ਹਰ ਵੇਲੇ ਆਪ ਜੀ ਦਾ ਨਾਮ ਜਪਦਾ ਰਵਾਂ, ਮੇਰੇ ਬੰਧਨ ਕੱਟੇ ਜਾਣ। ਮੇਰੀ ਹਰ ਹੋ ਵਿਪਤ, ਜਿੰਨੀਆਂ ਵਿਪਤਾ ਹਨ, ਇਹ ਜਿਹੜੇ ਐਂਟੀ ਲੋਕ ਹਨ, ਇਹਨਾਂ ਸਾਰਿਆਂ ਕੋਲੋਂ ਹੱਥ ਦੇ ਕੇ ਮੇਰੀ ਰੱਖਿਆ ਕਰੋ। ਇਹ ਮੈਨੂੰ ਕਿਉਂ ਮਾੜਾ ਕਹਿੰਦੇ ਹਨ? ਆਪਣੇ ਜਨ ਦੀ ਸੋਭਾਈ ਹਮੇਸ਼ਾ ਰੱਖਿਆ ਕਰੋ। ਚਰਨ ਨਾ ਛੱਡੋ ਸਰੀਰ ਕਲ ਜਾਈ, ਮੈਂ ਤਾਂ ਤੁਹਾਡੇ ਚਰਨ ਨਹੀਂ ਛੱਡਣੇ, ਔਰ ਜੋੜਿਆਂ ਦੀ ਸੇਵਾ ਸੰਗਤਾਂ ਦੀ ਕਰਦੇ ਰਹਿਣਾ ਹੈ। ਇਹ ਸਰੀਰ ਭਾਵੇਂ ਚਲਾ ਜਾਵੇ, ਨਾਸ ਹੋ ਜਾਵੇ, ਕਲ ਜਾਈ। ਕਹ ਰਵਿਦਾਸ ਪਰੋ ਤੇਰੀ ਸਭਾ, ਰਵਿਦਾਸ ਜੀ ਫਰਮਾਉਂਦੇ ਹਨ, ਅੰਗ ਹੈ 345, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ। ਕਹ ਰਵਿਦਾਸ ਪਰੋਂ ਤੇਰੀ ਸਾਭਾ, ਮੈਂ ਤੇ ਤੁਹਾਡੀ ਸ਼ਰਨ ਵਿੱਚ ਪਿਆ ਹਾਂ ਅਕਾਲ ਪੁਰਖ ਪਰਮੇਸ਼ਰ ਜੀ। ਮੈਂ ਰਵਿਦਾਸ ਆਖ ਰਿਹਾ ਹਾਂ ਕਿ ਮੈਂ ਤੁਹਾਡੀ ਸ਼ਰਨ ਵਿੱਚ ਪੈ ਗਿਆ ਹਾਂ, ਔਰ ਸ਼ਰਨ ਪੈ ਦੀ ਤੁਸਾਂ ਲਾਜ ਰੱਖਣੀ ਹੈ। ਬੇਗ ਮਿਲੋ ਜਨ ਕਰਨਾ ਬਿਲੰਬਾ, ਬਿਲੰਬਾ ਦੇਰ ਨਾ ਕਰੋ ਵਾਹਿਗੁਰੂ ਜੀ। ਬੇਗ ਛੇਤੀ ਛੇਤੀ ਮੇਰੇ ਹਿਰਦੇ ਵਿੱਚ ਜਿਵੇਂ ਵਸੇ ਹੋਏ ਹੋ, ਇਸੇ ਤਰ੍ਹਾਂ ਵਸਦੇ ਰਹੋ। ਜਦੋਂ ਵੀ ਮੈਂ ਯਾਦ ਕਰਾਂ ਤੁਹਾਡੇ ਦਰਸ਼ਨ ਹੋ ਜਾਇਆ ਕਰਨ। ਬੇਗ ਮਿਲੋ, ਛੇਤੀ ਮਿਲੋ, ਜਨ ਕਰਨਾ ਬਿਲੰਬਾ, ਮੈਂ ਤੁਹਾਡਾ ਜਨ ਹਾਂ, ਸੇਵਕ ਹਾਂ ਵਾਹਿਗੁਰੂ ਜੀ ਅਕਾਲ ਪੁਰਖ ਜੀ। ਢਿੱਲ ਨਾ ਕਰਨੀ, ਮੇਰੇ ਵੱਲ ਵੀ ਧਿਆਨ ਰੱਖਣਾ। ਕਹ ਰਵਿਦਾਸ ਪਰੋਂ ਤੇਰੀ ਸਭਾ, ਬੇਗ ਮਿਲੋ ਜਨ ਕਰਨਾ ਬਿਲੰਬਾ। ਅੱਜ ਦੀ ਕਥਾ ਭਗਤ ਰਵਿਦਾਸ ਜੀ ਦੀ, ਉਹਨਾਂ ਦੇ ਸ਼ਬਦ ਦਾਸ ਨੇ ਗੁਰਬਾਣੀ ਵਿੱਚੋਂ ਲਏ ਹਨ। ਜਿੰਨੇ ਵੀ ਐਪੀਸੋਡ ਹਨ ਉਹਨਾਂ ਦੇ ਉੱਤੇ ਨੰਬਰ ਹਨ। ਅੱਜ ਤੀਜਾ ਐਪੀਸੋਡ ਹੈ। ਕਿਸੇ ਵਿੱਚ ਕੀਰਤਨ ਹੈ ਸ਼ਬਦ ਦਾ, ਕਿਸੇ ਵਿੱਚ ਕਥਾ ਹੈ, ਕਿਉਂਕਿ ਜਿੰਨੀ ਵੀ ਗੁਰਬਾਣੀ ਹੈ ਭਗਤ ਰਵਿਦਾਸ ਜੀ ਦੀ, ਜਦੋਂ ਗੁਰਬਾਣੀ ਕਹਿੰਦੇ ਹਾਂ ਉਦੋਂ ਗੁਰੂ ਸ਼ਬਦ ਨਾਲ ਲੱਗ ਜਾਂਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਜੋ ਆਪ ਜੀ ਨੇ ਸਰਵਣ ਕੀਤੇ ਹਨ ਸ਼ਬਦ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚੋਂ ਅੰਗ ਹੈ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ। ਜੇ ਤੁਸਾਂ ਆਪ ਵੀ ਪੜ੍ਹਨਾ ਹੋਵੇ 345 ਗੌੜੀ ਭਗਤ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇ ਰੀ, ਬੜਾ ਆਨੰਦ ਆਵੇਗਾ। ਗੁਰਬਾਣੀ ਪੜ੍ਹਿਆ ਕਰੋ, ਸੁਣਿਆ ਕਰੋ। ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ ਹੈ, ਸਤਿਗੁਰਾਂ ਦੇ ਨਾਲ ਆਪਣਾ ਮਨ ਜੋੜਿਆ ਹੈ,
ਉਹਨਾਂ ਨੂੰ ਕੰਨਾਂ ਨਾਲ ਕਿਵੇਂ ਸੁਣਨਾ ਹੈ ਸਮਝ ਪੈ ਗਈ, ਅੱਖਾਂ ਨਾਲ ਕਿਵੇਂ ਦੇਖਣਾ ਹੈ ਸਮਝ ਪੈ ਗਈ, ਹੱਥਾਂ ਨਾਲ ਕਿਵੇਂ ਸੇਵਾ ਕਰਨੀ ਹੈ ਸਮਝ ਪੈ ਗਈ, ਕਿਵੇਂ ਜੋੜੇ ਗੰਢਣੇ ਹਨ, ਕਿਰਤ ਕਮਾਈ ਕਰਨੀ ਹੈ ਸਮਝ ਪੈ ਗਈ। ਇਹਨਾਂ ਪੈਰਾਂ ਨਾਲ ਗੁਰੂ ਦਰਬਾਰ ਵਿੱਚ ਸਤਿਗੁਰਾਂ ਦੇ ਕੋਲ ਚੱਲ ਕੇ ਕਿਵੇਂ ਜਾਣਾ ਹੈ, ਕਿਵੇਂ ਹਾਜ਼ਰੀ ਭਰਨੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਸਮਝ ਪੈ ਗਈ। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਕਈ ਦਿਨ ਇਹ ਭਗਤ ਰਵਿਦਾਸ ਜੀ ਦੇ ਐਪੀਸੋਡ ਜਿਹੜੇ ਹਨ ਇਹ ਚੱਲਦੇ ਰਹਿਣਗੇ। ਜੇ ਸਤਿਗੁਰਾਂ ਦੀ ਕਿਰਪਾ ਹੋਈ, ਜੇ ਸਤਿਗੁਰਾਂ ਦੀ ਮਿਹਰ ਹੋਈ, ਜੇ ਸਤਿਗੁਰਾਂ ਦੀ ਦਇਆ ਹੋਈ, ਜੇ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨਗੇ, ਕਿਰਪਾ ਕਰਨਗੇ, ਕਲਗੀਆਂ ਵਾਲੇ, ਬਾਜਾਂ ਵਾਲੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨਗੇ, ਭਗਤ ਰਵਿਦਾਸ ਜੀ ਕਿਰਪਾ ਕਰਨਗੇ, ਕਿਉਂਕਿ ਭਗਤਾਂ ਦੀ ਬਾਣੀ ਹੈ। ਭਗਤਾਂ ਨੇ ਵੀ ਉਸ ਅਕਾਲ ਪੁਰਖ ਜੀ ਨੂੰ ਜਪਿਆ ਹੈ। ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਧੰਨ ਗੁਰੂ ਨਾਨਕ ਦੇਵ ਜੀ ਗੋਬਿੰਦ ਰੂਪ ਹਨ। ਤੇ ਭਗਤ ਰਵਿਦਾਸ ਜੀ ਨੇ ਵੀ ਉਸੇ ਅਕਾਲ ਪੁਰਖ ਜੀ ਨੂੰ ਜਪਿਆ ਹੈ। ਤਾਈਓ ਤੇ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਆਪਾਂ ਸਾਰਿਆਂ ਨੇ ਉਸ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ, ਪਰ ਬਿਨਾਂ ਸਤਿਗੁਰੂ ਨਹੀਂ ਜਪਿਆ ਜਾਣਾ, ਨਹੀਂ ਜਪਿਆ ਜਾਣਾ। ਸਤਿਗੁਰਾਂ ਦੀ ਬੜੀ ਲੋੜ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਦੇ ਵਿੱਚ ਆਪ ਹੀ ਹਨ ਪਰਮੇਸ਼ਰ ਜੀ। ਸਤਿਗੁਰਾਂ ਨਾਲ ਜੁੜਾਂਗੇ, ਸਤਿਗੁਰਾਂ ਨਾਲ ਪ੍ਰੇਮ ਕਰਾਂਗੇ, ਤਾਂ ਜਾ ਕੇ ਇਹ ਅੱਖਾਂ ਕਾਬੂ ਆਉਣਗੀਆਂ, ਕੰਨ ਕਾਬੂ ਆਉਣਗੇ, ਇਹ ਨਾਸਕਾ ਨੱਕ ਕਾਬੂ ਆਏਗਾ, ਹੱਥ ਕਾਬੂ ਆਉਣਗੇ, ਪੈਰ ਕਾਬੂ ਆਉਣਗੇ। ਇਨ ਕੰਟਰੋਲ ਮਹਾਰਾਜ ਦੇ ਹੁਕਮ ਵਿੱਚ ਚੱਲਣਗੇ, ਸਤਿਗੁਰਾਂ ਦਾ ਹੁਕਮ ਮੰਨ ਲੈਣਗੇ। ਭੁੱਲਾਂ ਖਿਮਾ ਕਰ ਦੇਣੀਆਂ। ਕੋਈ ਅੱਖਰ ਵੱਧ ਘੱਟ ਨਿਕਲ ਜਾਂਦਾ ਹੈ, ਕੋਈ ਅੱਖਰ ਸ਼ਬਦ ਸੁੱਧ ਨਹੀਂ ਪੜ੍ਹਿਆ ਜਾਂਦਾ ਦਾਸਰੇ ਕੋਲੋਂ। ਸੰਗਤ ਗੁਰੂ ਦਾ ਰੂਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਭਗਤ ਰਵਿਦਾਸ ਜੀ, ਸਾਧ ਸੰਗਤ ਜੀ ਦਾਸ ਨੂੰ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।